ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਮੇਘ ਰਾਗ ਕਬ ਬਾਚ, ਗਰਭ ਬੁਰਾ ਨਰਕ ਕਾ ਦਵਾਰਾ, ਜਾਂ ਤੇ ਬਚ ਕਰ ਚੱਲੀਐ, ਗਰਭ ਕਨੇ ਕਰ ਘਾਲੇ ਮਨ ਰੇ, ਗਰਭ ਕਰ ਦੋਜਖ ਗਲੀਐ, ਗਰਭ ਬੁਰਾ ਨਰਕ ਕਾ ਦਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਵਨ ਅਸਥਾਨ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਸੰਗਤਾਂ ਦੀ ਝੋਲੀ ਵਿੱਚ ਪਾ ਰਹੇ ਨੇ। ਗੁਰੂ ਗਰੀਬ ਨਵਾਜ ਜੀ ਹੰਕਾਰ ਦੇ ਬਾਰੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦੱਸ ਰਹੇ ਨੇ। ਜੈਸਾ ਕਿ ਗੁਰਬਾਣੀ ਦੇ ਵਿੱਚ ਕਥਨ ਹੈ, ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਈ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਸੰਸਾਰ ਦੇ ਵਿੱਚ ਮਾਇਆ ਨੂੰ ਛੱਡਣਾ ਬੜਾ ਔਖਾ ਈ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਮਾਇਆ ਛੱਡ ਦਿੱਤੀ ਤੇ ਕੀ ਹੋਇਆ। ਅਭਿਮਾਨ ਤੇ ਦੂਣਾ ਸਿਰ ਦੇ ਉੱਪਰ ਸਵਾਰ ਹੋ ਗਿਆ ਕਿ ਮੈਂ ਪੈਸਿਆਂ ਨੂੰ ਹੱਥ ਨਹੀਂ ਲਾਉਂਦਾ। ਇਸ ਮਾਨ ਦੇ ਵਿੱਚ ਆ ਕਰਕੇ ਵੱਡੇ ਵੱਡੇ ਮੁਨੀਵਰ, ਵੱਡੇ ਵੱਡੇ ਸਿੱਧ ਪੁਰਖ ਗਲ ਗਏ। ਮਾਨ ਕਰਕੇ ਸਾਰੀ ਦੁਨੀਆ ਖਰਾਬ ਹੋਈ ਹੈ। ਇੰਦਰ ਨੂੰ ਮਾਨ ਹੋਇਆ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਉਹਦਾ ਮਾਨ ਉਤਾਰਨ ਵਾਸਤੇ ਬੀਰਜਨਾਦ ਦੈਂਤ ਪੈਦਾ ਕਰ ਦਿੱਤਾ, ਜੋ ਆਪ ਪ੍ਰਸੰਗ ਸ਼ਰਧਾ ਦੀ ਭਾਵਨਾ ਦੇ ਨਾਲ ਸਰਵਣ ਕਰਦੇ ਆ ਰਹੇ ਹੋ। ਸਰਬਲੋ ਪ੍ਰਕਾਸ਼ ਗ੍ਰੰਥ ਦੇ ਬਾਰੇ ਜੇ ਕੋਈ ਪੁੱਛੇ ਕਿ ਇਹ ਸਰਬਲੋ ਪ੍ਰਕਾਸ਼ ਗ੍ਰੰਥ ਕਿਉਂ ਲਿਖਿਆ ਗਿਆ ਹੈ, ਤੇ ਉੱਤਰੇ ਆਵੇਗਾ ਵੀ ਸਰਬਲੋ ਪ੍ਰਕਾਸ਼ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਹ ਤੁਕ ਦੀ ਵਿਆਖਿਆ ਕਰਦਾ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਕਹਿੰਦਾ ਏ, ਹਰ ਜੀ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਇਹ ਗੱਲ ਵੇਦਾਂ ਨੇ ਵੀ ਕੂਕਾ ਮਾਰ ਕਰਕੇ ਜਗਤ ਨੂੰ ਸੁਣਾਈ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। 4-5 ਸਿੱਖਿਆਵਾਂ ਸਰਬਲੋ ਪ੍ਰਕਾਸ਼ ਗ੍ਰੰਥ ਤੋਂ ਮਿਲਦੀਆਂ ਨੇ, ਜਾਂ ਇੰਝ ਕਹਿ ਲਈਏ ਕਿ 4-5 ਗੱਲਾਂ ਦਾ ਬੋਧ ਸਰਬਲੋ ਪ੍ਰਕਾਸ਼ ਗ੍ਰੰਥ ਤੋਂ ਹੁੰਦਾ ਹੈ। ਜਿਹੜਾ ਸਰਬਲੋ ਪ੍ਰਕਾਸ਼ ਗ੍ਰੰਥ ਦਾ ਕੇਂਦਰੀ ਭਾਵ ਹੈ ਉਹ ਇਹ ਹੈ ਵੀ ਹੰਕਾਰ ਬੜਾ ਬੁਰਾ ਹੈ। ਹੰਕਾਰ ਤੋਂ ਬਚ ਕਰਕੇ ਰਹਿਣਾ ਚਾਹੀਦਾ ਹੈ। ਇੰਦਰ ਨੇ ਕਾਲੰਕਾ ਦੈਂਤ ਨੂੰ ਮਾਰਿਆ, ਮਨ ਵਿੱਚ ਹੰਕਾਰ ਆਇਆ ਤੇ ਵਾਹਿਗੁਰੂ ਨੇ ਇੰਦਰ ਦਾ ਖਾਤਮਾ ਕਰਨ ਵਾਸਤੇ ਬੀਰਜਨਾਦ ਦੈਂਤ ਨੂੰ ਪੈਦਾ ਕਰ ਦਿੱਤਾ। ਦੂਜਾ ਮਹਾਰਾਜ ਕਲਗੀਧਰ ਜੀ ਦੀਆਂ 4 ਤੁਕਾਂ ਮੁਖਵਾਕ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀਆਂ ਦਸਖਤੀ 4 ਤੁਕਾਂ ਨੇ, ਜੋ ਸ਼੍ਰੀ ਅਕਾਲ ਉਸਤਤ ਦੇ ਪ੍ਰਾਰੰਭ ਵਿੱਚ ਲਿਖੀਆਂ ਮਿਲਦੀਆਂ ਨੇ। ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਦੀ ਰੱਛਿਆ ਹਮਨੈ।
ਸਰਬਲੋ ਪ੍ਰਕਾਸ਼ ਗ੍ਰੰਥ ਇਹਨਾਂ ਤੁਕਾਂ ਦੀ ਵਿਆਖਿਆ ਹੈ। ਕਿਉਂਕਿ ਗੁਰੂ ਕੇ ਸਿੱਖਾਂ ਨੇ ਕਈ ਵਾਰ ਮਹਾਰਾਜ ਕਲਗੀਧਰ ਨੂੰ ਸਵਾਲ ਕੀਤਾ ਸੀ ਵੀ ਸਰਬਲੋ ਕੌਣ ਹੈ ਜਿਹਦੀ ਤੁਸੀਂ ਰੱਖਿਆ ਮੰਗਦੇ ਹੋ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਇਹ ਸਰਬਲੋ ਅਵਤਾਰ ਦੇ ਬਾਰੇ, ਸਰਬਲੋ ਅਵਤਾਰ ਦੀ ਜੋ ਹਿਸਟਰੀ ਹੈ ਉਹ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਕਥਨ ਕੀਤੀ ਹੈ। ਤੀਜਾ ਗੁਰੂ ਖਾਲਸਾ ਜੀ ਮਹਾਰਾਜ ਕਲਗੀਧਰ ਜੀ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ ਤਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਸ਼ਹਿਰੇ ਦੇ ਉੱਪਰ ਆਪ ਨੇ ਰਾਮ ਨੌਮੀ ਨੂੰ ਛੱਡ ਕੇ ਸ਼ੈਤਰਾਂ ਦੀ ਪੂਜਾ ਕਰਨ ਬਾਰੇ ਗੁਰੂ ਕੇ ਖਾਲਸੇ ਨੂੰ ਉਪਦੇਸ਼ ਦਿੱਤਾ ਸੀ। ਹੁਣ ਦੀਵਾਲੀ ਦਾ ਪੁਰਬ ਆ ਰਿਹਾ ਏ, ਗੁਰੂ ਕੇ ਖਾਲਸੇ ਨੇ ਦੀਵਾਲੀ ਤੇ ਮਾਇਆ ਦੀ ਪੂਜਾ ਕਰਨੀ ਹੈ ਲੋਕਾਂ ਵਾਂਗ, ਜਾਂ ਕੋਈ ਮਾਇਆ ਤੋਂ ਅੱਡਰੀ ਪੂਜਾ ਕਰਨੀ ਹੈ। ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਖਾਲਸਾ ਮਾਇਆ ਦਾ ਪੁਜਾਰੀ ਨਹੀਂ, ਖਾਲਸੇ ਨੇ ਦੇਵੀ ਦੀ ਪੂਜਾ ਨਹੀਂ ਕਰਨੀ। ਤੁਮ ਕਹੀਏ ਤੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਸ਼ੇਧ ਕੀਤਾ ਗਿਆ ਹੈ। ਪਿਆਰੇ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਖਾਲਸੇ ਨੇ ਪੂਜਾ ਕਾਹਦੀ ਕਰਨੀ ਹੈ। ਤੇ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਗੁਰੂ ਕੇ ਖਾਲਸੇ ਨੇ ਸ੍ਰੀ ਮਾਇਆ ਦੀ ਪੂਜਾ ਕਰਨੀ ਹੈ। ਜਿਵੇਂ ਮਾਨ ਵਾਲੇ ਪੁਰਖ ਨੂੰ ਸ੍ਰੀ ਮਾਨ ਕਹਿੰਦੇ ਨੇ, ਮਤ ਵਾਲੀ ਔਰਤ ਨੂੰ ਸ੍ਰੀਮਤੀ ਕਹਿੰਦੇ ਨੇ। ਸ੍ਰੀ ਦਾ ਅਰਥ ਹੁੰਦਾ ਏ ਵਾਲਾ। ਇਸੇ ਤਰ੍ਹਾਂ ਮਾਇਆ ਦਾ ਜੋ ਪਤੀ ਹੈ ਮਾਇਆ ਵਾਲਾ ਏ। ਮਾਇਆ ਨੂੰ ਜੋ ਚੇਤਨ ਸੱਤਾ ਸਫੁਰਤੀ ਦੇਣ ਵਾਲਾ ਏ ਉਹਨੂੰ ਸ੍ਰੀ ਮਾਇਆ ਕਹਿੰਦੇ ਨੇ। ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮਾਇਆ ਦੇ ਸਤੋਤਰ ਤੇ ਪੰਡਤ ਗ੍ਰਹੀ ਗ੍ਰਸਤੀ ਲੋਕ ਪੜ੍ਹਦੇ ਸੁਣਦੇ ਦੇਖੇ ਸੁਣੇ ਨੇ। ਮਹਾਰਾਜ ਕਲਗੀਧਰ ਜੀ ਸ੍ਰੀ ਮਾਇਆ ਦਾ ਸਤੋਤਰ ਨਹੀਂ ਸੁਣਿਆ ਤੇ ਮਹਾਰਾਜ ਕਲਗੀਧਰ ਜੀ ਨੇ ਪਿਆਰੇ ਦਇਆ ਸਿੰਘ ਜੀ ਨੂੰ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਜੋ ਪ੍ਰਥਮ ਬਾਣੀ, ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਜਪਜੀ ਸਾਹਿਬ ਹੈ, ਇਸੇ ਤਰ੍ਹਾਂ ਸਰਬਲੋ ਪ੍ਰਕਾਸ਼ ਗ੍ਰੰਥ ਦੀ ਪ੍ਰਥਮ ਬਾਣੀ ਸ਼੍ਰੀ ਮਾਇਆ ਸਤੋਤਰ ਹੈ, ਜਿਹਨੂੰ ਸਰਬਲੋ ਪ੍ਰਕਾਸ਼ ਗ੍ਰੰਥ ਦਾ ਜਪਜੀ ਸਾਹਿਬ ਵੀ ਕਹਿ ਦਿੰਦੇ ਨੇ। ਭਵਾਨੀ ਉਸਤਤ ਕਰਕੇ ਵੀ ਪੰਥ ਵਿੱਚ ਪੁਕਾਰਿਆ ਜਾਂਦਾ ਹੈ ਇਸ ਬਾਣੀ ਨੂੰ। ਇਹ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ। ਚੌਥਾ ਗੁਰੂ ਖਾਲਸਾ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਖਾਲਸੇ ਦੀ ਮਹਿਮਾ ਕੀਤੀ ਹੈ। ਪ੍ਰਸੰਗ ਆਵੇਗਾ ਅੱਗੇ, ਬੀਰਜਨਾਦ ਨੂੰ ਬਾਰ-ਬਾਰ ਸਰਬਲੋ ਭਗਵਾਨ ਕਹਿੰਦੇ ਨੇ, ਤੂੰ ਜੰਗ ਛੱਡ ਦੇ, ਹਥਿਆਰ ਸੁੱਟ ਦੇ, ਤੈਨੂੰ ਬਖਸ਼ ਦਿੰਨੇ ਹੈ। ਤੋ ਬੀਰਜਨਾਦ ਕਹਿੰਦਾ ਏ ਵੀ ਮੇਰੇ ਵੱਡੇ ਭਾਗ ਨੇ, ਮੈਨੂੰ ਮਾਰਨ ਵਾਸਤੇ ਆਪ ਰੱਬ ਸਰਬਲੋ ਦਾ ਰੂਪ ਧਾਰ ਕੇ ਆਇਆ ਏ। ਜੇ ਮੈਂ ਸ਼ਸਤਰ ਸੁੱਟ ਦਿੱਤੇ ਤੇ ਕਾਇਰੇ ਖਵਾਵਾਂਗਾ, ਜੇ ਭਗਵਾਨ ਦੇ ਹੱਥੋਂ ਰੱਬ ਦੇ ਹੱਥੋਂ ਮਰਿਆ ਤੇ ਪਰਮ ਗਤੀ ਨੂੰ ਪ੍ਰਾਪਤ ਹੋਵਾਂਗਾ। ਉਹਦੇ ਵਿੱਚ ਨਿਰਭੈਤਾ ਹੈ, ਉਹਦੇ ਵਿੱਚ ਉਦਮ ਹੈ, ਉਹਦੇ ਵਿੱਚ ਗੁਰੂ ਖਾਲਸਾ ਜੀ ਜੰਗ ਕਰਨ ਦੀ ਸੂਰਮਿਆਂ ਵਾਲੀ ਸ਼ਕਤੀ ਹੈ। ਸੂਰਮਿਆਂ ਦੀ ਅਵਧੀ ਬੀਰਜਨਾਦ ਨੇ ਨਿਭਾਈ, ਜਿਵੇਂ ਸਿੱਖੀ ਦੀ ਅਵਧੀ, ਬ੍ਰਹਮ ਗਿਆਨ ਦੀ ਅਵਧੀ ਬਾਬਾ ਬੁੱਢਾ ਜੀ ਨੇ ਨਿਭਾਈ, ਇੱਦਾਂ ਬੀਰਜਨਾਦ ਨੇ ਸੂਰਮਤਾਈ ਦੀ ਅਵਧੀ ਨਿਭਾਈ ਹੈ। ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੂਰਮਤਾਈ ਦਾ ਓੜਕ ਦਿਖਾਇਆ ਹੀ, ਸੀਸ ਤਲੀ ਤੇ ਰੱਖ ਕਰਕੇ ਜੂਝੇ ਨੇ
ਇਦਾਂ ਬੀਰਜਨਾਥ ਨੇ ਦਿਖਾਇਆ ਏ ਵੀ ਸੂਰਮਾ ਕਿਹੋ ਜਿਹਾ ਹੋਵੇ। ਮੌਤ ਸਾਹਮਣੇ ਆ ਕੇ ਖਲੋਤੀ ਹੈ, ਮੌਤ ਨੂੰ ਵਰ ਲਵੇ ਤੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜੇ ਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਐਸੋ ਗੁਣ ਹਰ ਖਾਲਸੇ ਬਖਸ਼ਾ। ਜਿਹੋ ਜੀ ਬੀਰਜਨਾਥ ਦੇ ਵਿੱਚ ਸੂਰਮਤਾਈ ਹੈ, ਉਹਦੇ ਵਿੱਚ ਹਠ ਹੈ, ਉਹਦੇ ਵਿੱਚ ਦਲੇਰੀ ਹੈ, ਉਹਦੇ ਵਿੱਚ ਬਹਾਦਰੀ ਹੈ। ਇਹ ਦਲੇਰੀ ਦਾ, ਬਹਾਦਰੀ ਦਾ, ਹਠ ਦਾ, ਸੂਰਮਤਾਈ ਦਾ ਗੁਣ ਅਸਾਂ ਨੇ ਆਪਣੇ ਗੁਰੂ ਕੇ ਖਾਲਸੇ ਨੂੰ ਬਖਸ਼ਿਆ ਹੈ। ਸਾਡਾ ਗੁਰੂ ਕਾ ਖਾਲਸਾ ਦਲੇਰਾਂ ਵਿੱਚੋਂ ਦਲੇਰ, ਹਠੀਆਂ ਵਿੱਚੋਂ ਹਠੀ, ਸੂਰਮਿਆਂ ਵਿੱਚੋਂ ਸੂਰਮਾ ਹੋਵੇਗਾ। ਇਹੋ ਜਿਹਾ ਗੁਰੂ ਕਾ ਖਾਲਸਾ ਮੇਰਾ ਰੂਪ ਹੋਵੇਗਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ। ਹਠੀ ਤਪੀ ਯੋਧਿਆ, ਜੰਗ ਦੇ ਮੈਦਾਨ ਦੇ ਵਿੱਚ ਸਿਰੜ ਕਰਨ ਵਾਲਾ ਐਸਾ ਖਾਲਸਾ ਮੇਰਾ ਸਤਿਗੁਰੂ ਹੋਵੇਗਾ। ਖਾਲਸਾ ਮੇਰਾ ਸਤਿਗੁਰ ਪੂਰਾ। ਇਹ ਕਲਗੀਧਰ ਜੀ ਨੇ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਫਰਮਾਇਆ ਹੈ। ਗੁਰੂ ਕੇ ਖਾਲਸੇ ਦੀ ਮਹਾਨ ਮਹਿਮਾ ਵੇਖਣੀ ਹੋਵੇ ਤੇ ਸਰਬਲੋ ਪ੍ਰਕਾਸ਼ ਗ੍ਰੰਥ ਪੜ੍ਹ ਲਵੋ। ਇੰਜ ਗੁਰੂ ਖਾਲਸਾ ਜੀ ਇਹ ਸਰਬਲੋ ਪ੍ਰਕਾਸ਼ ਗ੍ਰੰਥ ਦੇ ਮੁੱਖ ਸਿਧਾਂਤ ਨੇ। ਹੋਰ ਸਰਬਲੋ ਪ੍ਰਕਾਸ਼ ਗ੍ਰੰਥ ਹੀਰਿਆਂ ਜਵਾਹਰਾਤਾਂ ਦਾ ਹੀਰਿਆਂ ਜਵਾਹਰਾਤਾਂ ਲਾਲਾਂ ਦਾ ਭੰਡਾਰਾ ਹੈ। ਮਹਾਰਾਜ ਕਲਗੀਧਰ ਜੀ ਨੇ ਕਿਧਰੇ ਜੰਗ ਦਾ ਪ੍ਰਸੰਗ ਲਿਖਿਆ ਹੈ, ਕਿਧਰੇ ਵਿਰਾਗ ਦਾ ਪ੍ਰਸੰਗ ਹੈ, ਕਿਧਰੇ ਵਿਵੇਕ ਦਾ ਪ੍ਰਸੰਗ ਹੈ, ਕਿਧਰੇ ਇਹਦੇ ਵਿੱਚ ਭਗਤੀ ਸ਼ਕਤੀ ਦੇ ਪ੍ਰਸੰਗ ਮਹਾਰਾਜ ਕਲਗੀਧਰ ਨੇ ਲਿਖੇ ਨੇ। ਜਿੰਨੇ ਵੀ ਬ੍ਰਜ ਭਾਸ਼ਾ ਦੇ ਗ੍ਰੰਥ ਨੇ ਉਹਨਾਂ ਵਿੱਚ ਸਰਬਲੋ ਪ੍ਰਕਾਸ਼ ਗ੍ਰੰਥ ਦੀ ਵੰਨਗੀ ਵੇਖਣ ਨੂੰ ਮਿਲਦੀ ਹੈ। ਜਿਵੇਂ ਭਾਵ ਰਸਾਮ੍ਰਿਤ ਗ੍ਰੰਥ ਲਿਖਿਆ ਹੈ ਪੰਡਿਤ ਗੁਲਾਬ ਸਿੰਘ ਨੇ, ਉਹਦੇ ਵਿੱਚ ਉਹਨਾਂ ਨੇ ਵਿਰਾਗ ਦਾ ਪ੍ਰਸੰਗ ਲਿਖਿਆ ਹੈ। ਇਹ ਬਜ਼ੁਰਗ ਕਹਿੰਦਾ ਏ ਵੀ ਮੈਨੂੰ ਕੂਲੀ ਰੋਟੀ ਦਿਓ, ਮੈਂ ਬੁੱਢਾ ਹੋ ਗਿਆ ਏ, ਚੱਬੀ ਨਹੀਂ ਜਾਂਦੀ। ਤੇ ਨੌ ਕਹਿੰਦੀ ਅੱਗੋਂ ਮੈਂ ਤੈਨੂੰ ਦਿੰਨੀ ਆ ਪੂੜੇ ਪਕਾ ਕੇ। ਇਹ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਐਸਾ ਕਲਗੀਧਰ ਜੀ ਨੇ ਜ਼ਿਕਰ ਕੀਤਾ ਹੋਇਆ ਹੈ। ਪੰਡਿਤ ਗੁਲਾਬ ਸਿੰਘ ਜੀ ਦੇ ਗੁਰੂ ਬਾਬਾ ਮਾਨ ਸਿੰਘ ਜੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚੌਰ ਕਰਦੇ ਰਹੇ ਤੇ ਮਹਾਰਾਜ ਤੋਂ ਬਚਨ ਸੁਣ ਕਰਕੇ ਲਿਖਦੇ ਰਹੇ, ਪੁੱਛਦੇ ਰਹੇ। ਇਹ ਗੁਰੂ ਖਾਲਸਾ ਜੀ ਮੋਕਸ਼ ਪੰਥ ਗ੍ਰੰਥ ਦੇ ਵਿੱਚ ਪੰਡਿਤ ਗੁਲਾਬ ਸਿੰਘ ਨੇ ਲਿਖਿਆ ਹੈ। ਉਹ ਕਹਿੰਦੇ ਕਿ ਮੇਰੇ ਗੁਰੂ ਮਾਨ ਸਿੰਘ ਨੇ ਮੈਨੂੰ ਕਾਪੀ ਦਿੱਤੀ ਤੇ ਉਹਦੇ ਤੋਂ ਅੱਗੇ ਮੈਂ ਅਨੁਵਾਦ ਰੂਪ ਦੇ ਵਿੱਚ ਮੋਕਸ਼ ਪੰਥ ਇਤਿਆਦਿ ਗ੍ਰੰਥ ਤਿਆਰ ਕੀਤੇ ਨੇ। ਸਰਬਲੋ ਪ੍ਰਕਾਸ਼ ਗ੍ਰੰਥ ਇੱਕ ਐਸਾ ਮਹਾਨ ਗ੍ਰੰਥ ਹੈ। ਸੁਣਨ ਦੇ ਵਿੱਚ ਇਹ ਵੀ ਆਇਆ ਹੈ ਗੁਰੂ ਖਾਲਸਾ ਸਾਧ ਸੰਗਤ ਜੀ ਕਿ ਜਦੋਂ ਮਹਾਰਾਜ ਕਲਗੀਧਰ ਜੀ ਨੇ ਤੀਰ ਚਲਾਇਆ ਤੇ ਮਹਾਰਾਜ ਸਾਹਿਬ ਜੀ ਦਾ ਜ਼ਖਮ ਜਿੱਥੇ ਮਹਾਰਾਜ ਸਾਹਿਬ ਜੀ ਦੇ ਟੰਕੇ ਲੱਗੇ ਸਨ ਉਹ ਟੰਕੇ ਉਧੜ ਗਏ। ਉਹ ਪ੍ਰਸੰਗ ਮਹਾਰਾਜ ਦੇ ਜੀਵਨ ਵਿੱਚ ਆਉਂਦਾ ਹੈ। ਉਸ ਵਕਤ ਗੁਰੂ ਖਾਲਸਾ ਜੀ ਜਿਹੜੇ ਬਹਾਦਰ ਸ਼ਾਹ ਦੇ ਹਜ਼ੂਰੀ ਡਾਕਟਰ ਸਨ ਉਹ ਅੰਗਰੇਜ਼ ਸਨ। ਇੱਕ ਦਾ ਨਾਮ ਸੀ ਡਾਕਟਰ ਕੌਲ ਤੇ ਇੱਕ ਉਹਦੇ ਨਾਲ ਹਿਸਟੋਰੀਅਨ ਚੱਲ ਕੇ ਆਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਕੇ ਦੀਦਾਰ ਕੀਤਾ ਉਹਨਾਂ ਨੇ। ਜਦੋਂ ਮਹਾਰਾਜ ਸਾਹਿਬ ਜੀ ਕਮਰ ਕੱਸਾ ਲਾਉਂਦੇ ਨੇ ਤੇ ਮਹਾਰਾਜ ਦਾ ਸਰੀਰ ਬੱਜਰ ਵਰਗਾ ਹੋ ਜਾਂਦਾ ਹੈ, ਪੱਥਰ ਵਰਗਾ। ਜਦੋਂ ਕਮਰ ਕੱਸਾ ਖੋਲਦੇ ਨੇ ਤੇ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੀਰ ਮੋਮ ਵਰਗਾ ਹੋ ਜਾਂਦਾ ਹੈ। ਰਾਤ ਨੂੰ ਬਰਾਜੇ ਹੋਏ ਸਨ ਤੇ ਆ ਕਰਕੇ ਸ਼ੁਰਾ ਮਹਾਰਾਜ ਸਾਹਿਬ ਜੀ ਤੇ ਮਾਰਿਆ ਤੇ ਮਹਾਰਾਜ ਦੇ ਜ਼ਖਮ ਹੋ ਗਿਆ। ਜਦੋਂ ਮਹਾਰਾਜ ਸਾਹਿਬ ਜੀ ਕਮਰ ਕੱਸਾ ਲਾਉਂਦੇ ਨੇ ਸਰੀਰ ਬੱਜਰ ਵਰਗਾ ਹੋ ਜਾਂਦਾ ਏ। ਉਹ ਅੰਗਰੇਜ਼ਾਂ ਨੇ ਮਹਾਰਾਜ ਕਲਗੀਧਰ ਦੀ ਇਹ ਜਾਰੀ ਕਲਾ ਵੇਖੀ
ਮਹਾਰਾਜ ਕਲਗੀਧਰ ਜੀ ਨੂੰ ਸਰਬਲੋ ਪ੍ਰਕਾਸ਼ ਗ੍ਰੰਥ ਦਾ ਅਨੁਵਾਦ ਕਰਾਉਂਦਿਆਂ ਦੇਖਿਆ ਤੇ ਉਹਨਾਂ ਨੇ ਦੇਖਿਆ ਵੀ ਮਹਾਰਾਜ ਕਲਗੀਧਰ ਜੀ ਅਗੰਮੀ ਸ਼ਸਤਰਾਂ ਤੇ ਅਸਤਰਾਂ ਬਾਰੇ ਦੱਸਦੇ ਪਏ ਨੇ। ਇਹਦੇ ਵਿੱਚ ਤੋਪਾਂ ਬਾਰੇ, ਇਹਦੇ ਵਿੱਚ ਤੀਰਾਂ ਬਾਰੇ, ਜੰਗੀ ਸ਼ਸਤਰਾਂ ਦੀ ਚੰਗੀ ਪ੍ਰਦਰਸ਼ਨੀ ਕਰਕੇ ਮਹਾਰਾਜ ਸਾਹਿਬ ਜੀ ਸਰਬਲੋ ਦੀ ਬਾਣੀ ਵਿੱਚ ਗੁਰੂ ਕੇ ਖਾਲਸੇ ਨੂੰ ਸੁਣਾਉਂਦੇ ਪਏ ਨੇ। ਉਹਦਾ ਹਿਸਟੋਰੀਅਨ ਆਇਆ ਸੀ, ਉਹਨੇ ਮਹਾਰਾਜ ਕਲਗੀਧਰ ਜੀ ਦੇ ਕੋਲੋਂ ਇਹ ਸ਼ਸਤਰਾਂ ਅਸਤਰਾਂ ਦੀ ਕਾਪੀ ਤਿਆਰ ਕੀਤੀ। ਫਿਰ ਉਹ ਯੂਰਪ ਵਿੱਚ ਲੈ ਕੇ ਗਿਆ। ਉੱਥੇ ਜਾ ਕਰਕੇ ਜਿਵੇਂ ਮਹਾਰਾਜ ਸਾਹਿਬ ਜੀ ਨੇ ਸ਼ਸਤਰਾਂ ਅਸਤਰਾਂ ਦੇ ਬਾਰੇ ਉਹਨਾਂ ਨੂੰ ਗਿਆਨ ਦਿੱਤਾ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਅਜੋਕੇ ਸਮੇਂ ਦੇ ਵਿੱਚ ਮਾਰੂ ਮਜਾਲਾਂ, ਮਾਰੂ ਹਥਿਆਰ ਤਿਆਰ ਕਰ ਲਏ। ਬਾਅਦ ਵਿੱਚ ਉਹ ਅਮਰੀਕਾ ਚਲਿਆ ਗਿਆ ਤੇ ਅਮਰੀਕਾ ਅੱਜ ਗੁਰੂ ਖਾਲਸਾ ਜੀ ਸ਼ਸਤਰਾਂ ਅਸਤਰਾਂ ਕਰਕੇ ਸਭ ਤੋਂ ਪਾਵਰਫੁਲ ਦੇਸ਼ ਹੈ। ਇਹ ਕਲਗੀਧਰ ਪਾਤਸ਼ਾਹ ਜੀ ਦੀ ਵਿਦਿਆ ਹੀ ਅਮਰੀਕਾ ਵਾਲਿਆਂ ਦੇ ਕੋਲ ਗਈ ਹੈ। ਇਹ ਵੀ ਸੁਣਨ ਦੇ ਵਿੱਚ ਆਇਆ ਹੈ, ਕਿਉਂਕਿ ਮਹਾਰਾਜ ਕਲਗੀਧਰ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦਾ ਅਨੁਵਾਦ ਹਜ਼ੂਰ ਸਾਹਿਬ ਦੇ ਵਿੱਚ ਕਰਵਾਉਂਦੇ। ਜਿਹੜੇ ਇਲਾਜ ਕਰਨ ਵਾਸਤੇ ਅੰਗਰੇਜ਼ੀ ਡਾਕਟਰ ਆਏ, ਉਹਨਾਂ ਦੇ ਨਾਲ ਇੱਕ ਹਿਸਟੋਰੀਅਨ ਆਇਆ ਤੇ ਉਹਨੇ ਮਹਾਰਾਜ ਸਾਹਿਬ ਜੀ ਦੇ ਕੋਲੋਂ ਇਹ ਸਾਰਾ ਗਿਆਨ ਲਿਆ ਸ਼ਸਤਰਾਂ ਅਸਤਰਾਂ ਦਾ। ਐਸੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਮਹਿਮਾ ਵੀ ਕੋਈ ਗੁਰੂ ਕੇ ਸਿੱਖਾਂ ਦੇ ਮੁਖ ਤੋਂ ਸੁਣੀ ਜਾਂਦੀ ਹੈ। ਹੁਣ ਜਿੱਥੇ ਗੁਰੂ ਖਾਲਸਾ ਜੀ ਕਥਾ ਪਹੁੰਚੀ ਹੈ, ਇਹ ਸਰਬਲੋ ਪ੍ਰਕਾਸ਼ ਗ੍ਰੰਥ ਦਾ ਮੱਧ ਭਾਗ ਹੈ। ਮੱਧ ਭਾਵੇਂ ਗੁਰੂ ਖਾਲਸਾ ਜੀ ਸਰਬਲੋ ਅਸਤੋਤਰ ਤੇ ਜਾ ਕੇ ਅੱਗੇ ਲੱਗੇਗਾ, ਪਰ ਮੱਧ ਦੇ ਨਾਲ ਹੀ ਜਿਹੜੇ ਕੁਝ 5-7 ਸਫ਼ੇ ਨੇ ਮਹਾਰਾਜ ਦੇ ਅੰਗ ਨੇ, ਇਹਨਾਂ ਅੰਗਾਂ ਦੇ ਉੱਪਰ ਸਰਬਲੋ ਪ੍ਰਕਾਸ਼ ਗ੍ਰੰਥ ਦਾ ਕੇਂਦਰੀ ਭਾਵ ਮੁੱਢ ਮਹਾਰਾਜ ਕਲਗੀਧਰ ਨੇ ਲਿਖਿਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬਲੋ ਪ੍ਰਕਾਸ਼ ਦਾ ਕੇਂਦਰ ਆਪ ਗੁਰੂ ਕੇ ਖਾਲਸੇ ਨੂੰ, ਗੁਰੂ ਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰੋ, ਪਿਆਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਮੇਘ ਰਾਗ ਕਬ ਬਾਚ। ਹਾਂਜੀ, ਮੇਘ ਰਾਗ ਤੇ 2 ਡੰਡੇ ਨੇ ਪੁਰਾਤਨ ਪੀੜਾਂ ਵਿੱਚ। ਮਹਾਰਾਜ ਕਲਗੀਧਰ ਜੀ ਆਪਣੇ ਵੱਲੋਂ ਗੁਰੂ ਕੇ ਖਾਲਸੇ ਨੂੰ ਸਿੱਖਿਆ ਦਿੰਦੇ ਪਏ ਨੇ। ਆਓ ਪਿਆਰ ਦੇ ਨਾਲ ਸਰਵਣ ਕਰੋ ਜੀ। ਗਰਭ ਬੁਰਾ ਨਰਕ ਕਾ ਦਵਾਰਾ। ਗਰਭ ਮੈਨੇ ਅਹੰਕਾਰ। ਮਹਾਰਾਜ ਕਲਗੀਧਰ ਜੀ ਕਹਿੰਦੇ ਅਹੰਕਾਰ ਕਰਨਾ ਬੜੀ ਬੁਰੀ ਗੱਲ ਹੈ, ਇਹ ਨਰਕਾਂ ਦਾ ਦਰਵਾਜ਼ਾ ਹੈ। ਜਿਵੇਂ ਗੁਰੂ ਖਾਲਸਾ ਜੀ ਮੁਕਤੀ ਦੇ ਦਰਵਾਜ਼ੇ ਮੰਨੇ ਗਏ ਨੇ, ਕੋਈ ਭਗਤੀ ਕਰ ਲਵੇ ਇਹ ਵੀ ਮੁਕਤੀ ਦਾ ਦਰਵਾਜ਼ਾ ਹੈ। ਕੋਈ ਵਿਰਾਗ, ਵਿਵੇਕ, ਖਟ ਸੰਪਤੀ ਇਤਿਆਦਿਕ ਸਾਧਨਾ ਨੂੰ ਅਪਣਾ ਲਵੇ ਇਹ ਵੀ ਮੁਕਤੀ ਦਾ ਦਰਵਾਜ਼ਾ ਹੈ। ਕੋਈ ਯੋਗ ਮਤ ਨੂੰ ਅਪਣਾ ਲਵੇ ਇਹ ਵੀ ਗੁਰੂ ਖਾਲਸਾ ਜੀ ਮੁਕਤੀ ਦਾ ਦਰਵਾਜ਼ਾ ਹੈ। ਕੋਈ ਗਿਆਨ ਦੇ ਮਾਰਗ ਨੂੰ ਅਪਣਾ ਲਵੇ ਇਹ ਵੀ ਮੁਕਤੀ ਦਾ ਦਰਵਾਜ਼ਾ ਹੈ। 4 ਮੁਕਤੀ ਦੇ ਦਰਵਾਜ਼ੇ ਕਹੇ ਨੇ। ਇਦਾਂ ਹੀ ਗੁਰੂ ਖਾਲਸਾ ਜੀ ਜਿਹੜਾ ਹੰਕਾਰ ਕਰਨਾ ਹੈ ਨਾ, ਇਹ ਨਰਕਾਂ ਨੂੰ ਜਾਣ ਦਾ ਵੱਡਾ ਦਰਵਾਜ਼ਾ ਹੈ। ਜਿਹੜਾ ਬੰਦਾ ਭਗਤੀ ਕਰਦਾ ਹੈ ਉਹਦੇ ਲਈ ਸੱਚਖੰਡ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਕੋਈ ਵਿਵੇਕ ਵਿਰਾਗ ਦੀ ਕਮਾਈ ਕਰੇ ਉਹ ਸੱਚਖੰਡ ਦਾ ਦਰਵਾਜ਼ਾ ਖੋਲ੍ਹ ਲੈਂਦਾ ਹੈ। ਕੋਈ ਯੋਗ ਕਰੇ, ਕੋਈ ਗਿਆਨ ਦੀ ਕਮਾਈ ਕਰੇ, ਉਹ ਸੱਚਖੰਡ ਦੇ ਮਾਰਗ ਖੋਲ੍ਹ ਲੈਂਦੇ ਨੇ। ਸਭ ਤੋਂ ਵੱਡਾ ਸੱਚਖੰਡ ਦਾ ਮਾਰਗ ਪਰਮੇਸ਼ਰ ਦੀ ਭਗਤੀ ਕਰਨੀ ਗੁਰੂ ਅੰਗਦ ਸਾਹਿਬ ਜੀ ਦੀ ਜਨਮ ਸਾਖੀ ਵਿੱਚੋਂ ਮਿਲਦੀ ਹੈ। ਮਹਾਰਾਜ ਨੇ ਸਿੱਖਿਆ ਦਿੱਤੀ ਹੈ ਵੀ ਭਗਤੀ ਜਿਹੜੀ ਹੈ ਨਾ, ਇਹ ਸਭ ਤੋਂ ਵੱਡਾ ਮੁਕਤੀ ਦਾ ਦਰਵਾਜ਼ਾ ਹੈ। ਇਹ ਗੁਰੂ ਖਾਲਸਾ ਜੀ ਨਰਕ ਦਾ ਦੁਆਰਾ ਹੈ।
ਵੱਡਾ ਦਰਵਾਜ਼ਾ ਨਰਕਾਂ ਨੂੰ ਜਾਣ ਦਾ ਹੰਕਾਰ ਹੈ। ਹੰਕਾਰ ਗੁਰੂ ਖਾਲਸਾ ਜੀ ਕਈਆਂ ਨੂੰ ਆਪਣੇ ਗੁਣ ਦਾ ਹੁੰਦਾ ਹੈ, ਅਸੀਂ ਗੁਣੀ ਬੜੇ ਹੈ। ਕਈਆਂ ਨੂੰ ਜ਼ਮੀਨ ਦਾ ਹੰਕਾਰ ਹੋ ਜਾਂਦਾ ਹੈ। ਮਹਾਰਾਜ ਸੰਤ ਬਾਬਾ ਕਰਤਾਰ ਸਿੰਘ ਜੀ ਉਹ ਕਿਹਾ ਕਰਦੇ ਸਨ, ਇਹੋ ਨਾ ਬੁੱਧ ਬਹੁ ਸ਼ਾਸਤਰ ਪੜ੍ਹੇ, ਇਹੋ ਨਾ ਬੁੱਧ ਬਹੁ ਤੂੜੇ ਗੜੇ, ਇਹੋ ਨਾ ਬੁੱਧ ਬਹੁ ਲੋਕ ਰਿਝਾਏ, ਇਹੋ ਨਾ ਬੁੱਧ ਬਹੁ ਸੈਲ ਕਮਾਈ। ਪਹਾੜਾਂ ਤੇ ਜਾ ਕੇ ਕੋਈ ਕਮਾਈ ਕਰ ਲਵੇ, ਲੋਕਾਂ ਨੂੰ ਪ੍ਰਸੰਨ ਕਰ ਲਵੇ, ਫਿਰ ਵਿਦਿਆ ਪੜ੍ਹ ਲਵੇ, ਇਹ ਕੋਈ ਚੰਗੀ ਗੱਲ ਨਹੀਂ ਹੈ, ਬਹੁਤਾ ਮਾਣ ਕਰਨ ਵਾਲੀ ਗੱਲ ਨਹੀਂ ਹੈ। ਸੰਸਾਰ ਦੇ ਵਿੱਚ ਲੋਕ ਮਾਣ ਕਰਦੇ ਨੇ, ਕਿਸੇ ਨੂੰ ਕਿਸੇ ਦਾ ਮਾਣ ਹੈ, ਕਿਸੇ ਨੂੰ ਕਿਸੇ ਦਾ ਮਾਣ ਹੈ। ਕਈਆਂ ਨੂੰ ਮਾਣ ਹੁੰਦਾ ਏ ਵੀ ਅਸੀਂ ਹੰਕਾਰ ਨਹੀਂ ਕਰਦੇ, ਉਹਨਾਂ ਨੂੰ ਇਸੇ ਗੱਲ ਦਾ ਇਹ ਹੰਕਾਰ ਹੋ ਜਾਂਦਾ ਏ। ਕਈਆਂ ਨੂੰ ਗੁਰੂ ਖਾਲਸਾ ਜੀ ਬਿਨਾਂ ਗੁਣ ਤੋਂ ਹੀ, ਬਿਨਾਂ ਕਿਸੇ ਗੱਲ ਤੋਂ ਹੀ ਹੰਕਾਰ ਹੁੰਦਾ ਏ, ਜਿਹਦੇ ਬਾਰੇ ਬਾਪ ਪਾਵਨ ਬਾਣੀ ਦੇ ਬੋਲ ਨੇ, ਨਾਨਕ ਤੇ ਨਰ ਅਸਲ ਖਾਰ, ਜੇ ਬਿਨ ਗੁਣ ਗਰਭ ਕਰੰਤ। ਉਹ ਅਸਲੀ ਖੋਤੇ ਨੇ ਜਿਨ੍ਹਾਂ ਵਿੱਚ ਗੁਣ ਕੋਈ ਨਹੀਂ, ਮਾਣ ਤੇ ਅਭਿਮਾਨ ਦੇ ਨਾਲ ਭਰੇ ਰਹਿੰਦੇ ਨੇ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਹੰਕਾਰ ਬੁਰਾ ਹੈ ਤੇ ਨਰਕਾਂ ਦਾ ਦਰਵਾਜ਼ਾ ਹੈ। ਜਾਨ ਤੇ ਬਾਚ ਕਰ ਚੱਲੀਐ। ਐ ਗੁਰੂ ਖਾਲਸਾ ਜੀ, ਇਸ ਵਾਸਤੇ ਮੈਂ ਤੁਹਾਨੂੰ ਸਿੱਖਿਆ ਦਿੰਦਾ ਹਾਂ, ਹੰਕਾਰ ਤੋਂ ਬਚ ਕਰਕੇ ਚੱਲਣਾ ਕਰੋ। ਹੰਕਾਰ ਤੋਂ ਬਚ ਕਰਕੇ ਆਪਣੇ ਜਨਮ ਨੂੰ ਸਫਲਿਆਂ ਕਰੋ। ਗਰਭ ਕਨੇ ਘਰ ਘਾਲੇ ਮਨ ਰੇ। ਹਾਂ ਹੇ ਮੇਰੇ ਮਨਾ, ਗਰਭ ਹੰਕਾਰ ਨੇ ਬਹੁਤੇ ਘਰ, ਬਹੁਤੇ ਮਨਾ ਰੂਪੀ ਘਰ ਘਾਲੇ ਮੈਨੇ ਨਾਸ਼ ਕੀਤੇ ਨੇ। ਕਈ ਘਰ ਪੁੱਟ ਦਿੱਤੇ ਨੇ ਇਸ ਅਭਿਮਾਨ ਨੇ। ਗਰਭ ਕਰ ਦੋਜਖ ਗਲੀਐ। ਹੰਕਾਰ ਕਰਕੇ ਨਰਕਾਂ ਵਿੱਚ ਪਈਦਾ ਏ, ਉੱਥੇ ਫਿਰ ਗਲਦੇ ਸੜਦੇ ਰਹੀਦਾ ਏ, ਕੋਈ ਬਾਤ ਨਹੀਂ ਪੁੱਛਦਾ। ਹਾਂਜੀ, ਦੇਵ ਅਦੇਵ ਗਰਭ ਕਰ ਪਚ ਗਏ। ਹਾਂ, ਦੇਵਤੇ ਤੇ ਦੈਂਤ ਹੰਕਾਰ ਕਰਕੇ ਹੀ ਪਚ ਗਏ, ਮੈਨੇ ਖਪ ਗਏ ਨੇ, ਖਤਮ ਹੋ ਗਏ ਹਨ। ਗਰਭ ਕਰ ਕਬਹੁ ਨਾ ਫਲੀਐ। ਹੰਕਾਰ ਕਰਕੇ ਕਦੇ ਫਲੀ ਭੂਤ ਨਹੀਂ ਹੋਈਦਾ, ਜਿੱਥੇ ਬੰਦਾ ਹੈਗਾ ਏ ਉੱਥੇ ਰਹਿ ਜਾਂਦਾ ਏ। ਹੰਕਾਰ ਕਰਕੇ ਠਾਹ ਨੂੰ ਜਾਈਦਾ ਏ, ਕਦੇ ਬੰਦਾ ਉੱਪਰ ਨੂੰ ਨਹੀਂ ਜਾਂਦਾ। ਨਰ ਬਪੁਰੇ ਕਿਹੇ ਮਾਹੇ ਕਹਾਵਤ। ਮਹਾਰਾਜ ਕਲਗੀਧਰ ਜੀ ਕਹਿੰਦੇ, ਮਨੁੱਖ ਵਿਚਾਰੇ ਕਿਹੜੀ ਗਿਣਤੀ ਵਿੱਚ ਨੇ, ਮਨੁੱਖ ਵਿਚਾਰੇ ਕਿਹੜੀ ਗਿਣਤੀ ਵਿੱਚ ਕਹਾਉਂਦੇ ਨੇ ਆਪਣੇ ਆਪ ਨੂੰ। ਗਰਭ ਅਵਤਾਰਨ ਛਲੀਐ। ਹੰਕਾਰ ਨੇ ਤੇ ਵੱਡੇ ਵੱਡੇ ਅਵਤਾਰਾਂ ਨੂੰ ਛਲ ਲੈਣਾ ਕੀਤਾ ਏ। ਸਭ ਔਗਣ ਤੇ ਗਰਭ ਗਾਖੜੋ। ਹਾਂ, ਸਾਰੇ ਔਗਣਾ ਤੋਂ ਹੰਕਾਰ ਬੜਾ ਭਾਰੀ ਹੈ। ਗਾਖੜੋ ਮੈਨੇ ਭਾਰੀ ਹੈ, ਬੁਰਾ ਏ। ਹੰਕਾਰ ਜਿਹੜਾ ਏ ਸਾਰੇ ਔਗਣਾ ਤੋਂ ਬੁਰਾ ਔਗਣ ਹੈ। ਪਰਮੇਸ਼ਰ ਨਹਿ ਭਾਵਤ। ਹਾਂ, ਪਰਮੇਸ਼ਵਰ ਨੂੰ ਹੰਕਾਰ ਭਾਉਂਦਾ ਨਹੀਂ ਹੈ। ਹੰਕਾਰ ਜਿਹੜਾ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਗਰਭ ਗੰਜ ਹੈ ਨਾਮ ਧਨੀ ਕੋ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਗਰਭ ਗੰਜ। ਜਿਹੜਾ ਹੰਕਾਰ ਕਰਦਾ ਏ ਉਹਦੇ ਹੰਕਾਰ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਇੱਕ ਛਿਣ ਦੇ ਵਿੱਚ ਹੀ ਖਤਮ ਕਰ ਦਿੰਦਾ ਏ। ਤੇ ਇੰਜ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਗਰਭ ਗੰਜ ਅਖਵਾਉਂਦਾ ਏ। ਗਰਭੀ ਤੁਰਤ ਪਚਾਵਤ। ਜਿਹੜੇ ਹੰਕਾਰ ਕਰਦੇ ਨੇ ਉਹਨਾਂ ਦੇ ਹੰਕਾਰ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਝਟਪਟ ਹੀ ਪਚਾਵਤ ਮੈਨੇ ਖਤਮ ਕਰ ਦਿੰਦਾ ਏ। ਜਿਹ ਜਿਹ ਗਰਭ ਕੀਨ ਹਰ ਸੇਤੀ। ਮਹਾਰਾਜ ਕਲਗੀਧਰ ਜੀ ਕਹਿੰਦੇ, ਜਿਹਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਹੰਕਾਰ ਕਰਨਾ ਕੀਤਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀਆਂ ਵਡਿਆਈਆਂ ਨੂੰ ਵੇਖ ਕਰਕੇ
ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਨੇ ਆਪਣੀ ਵਡਿਆਈ ਕਰਵਾਉਣੀ ਚਾਹੀ, ਤਾ ਕੋ ਫਲ ਅਸ ਪਾਵਤ। ਹਾਂ ਤੇ ਇਸ ਔਗਣ ਦਾ ਐਸਾ ਫਲ ਫਿਰ ਉਹ ਬੰਦੇ ਨੇ ਪਾਵਤ ਮੈਨੇ ਪਾਉਣਾ ਕੀਤਾ। ਉਹ ਮਹਾਰਾਜ ਕਲਗੀਧਰ ਜੀ ਅੱਗੇ ਦੱਸਦੇ ਹਨ। ਰਾਜ ਤੇ ਰੰਕ ਹੋਤ ਛਿਨ ਮਾਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜੇ ਕੋਈ ਰਾਜਾ ਸੀ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਾਹਮਣੇ ਹੰਕਾਰ ਕੀਤਾ, ਹਰਨਾਕਸ਼ ਵਾਂਗ ਆਪਣੇ ਆਪ ਨੂੰ ਹੀ ਪ੍ਰਭੂ ਕਹਾਉਣਾ ਕੀਤਾ, ਤੇ ਉਹ ਫਿਰ ਇੱਕ ਛਿਣ ਦੇ ਵਿੱਚ ਹੀ ਰਾਜੇ ਤੋਂ ਰੰਕ ਹੋ ਗਿਆ। ਮਾਨ ਮਹਤ ਕੁਹਾਵਤ। ਹਾਂ ਉਹਨੇ ਆਪਣਾ ਮਾਨ ਤੇ ਵਡਿਆਈ ਨੂੰ ਕਹਾਵਤ ਮੈਨੇ ਖਵਾ ਲੈਣਾ ਕੀਤਾ। ਮੁਰ ਮਦ ਕੀਟ ਸੰਖਾਸੁਰ ਆਦਿਕ। ਮਹਾਰਾਜ ਕਲਗੀਧਰ ਜੀ ਕਹਿੰਦੇ ਮੁਰ ਦੈਂਤ, ਮਦ ਕਾਟਵ ਦੈਂਤ, ਫਿਰ ਸੰਖਾਸੁਰ ਆਦਿਕ ਹੋਏ ਨੇ। ਹਰਨਾਕਸ਼ ਸੇ ਜੋਧਾ। ਹਰਨਾਕਸ਼ ਵਰਗੇ ਵੱਡੇ ਵੱਡੇ ਯੋਧੇ ਹੋਏ ਹਨ। ਰਕਤ ਬੀਜ ਮਹਿਖਾਸੁਰ ਦਾਨਵ। ਸੰਸਾਰ ਦੇ ਵਿੱਚ ਰਕਤ ਬੀਜ ਹੋਇਆ ਏ, ਜਿਸ ਦੇ ਇੱਕ ਖੂਨ ਦੇ ਤੁਪਕੇ ਤੋਂ ਅਨੇਕਾਂ ਦੈਂਤ ਪੈਦਾ ਹੁੰਦੇ ਜਾਂਦੇ ਸਨ। ਮਹਿਖਾਸੁਰ ਹੋਇਆ ਏ, ਅਨੇਕਾਂ ਹੀ ਦਾਨਵ ਦੈਂਤ ਹੋਏ ਨੇ। ਚੰਡ ਮੁੰਡ ਕਹਿ ਸੋਧਾ। ਹਾਂ ਫਿਰ ਚੰਡ ਤੇ ਮੁੰਡ ਤੇ ਇਹਨਾਂ ਨੂੰ ਵੀ ਪਰਮੇਸ਼ਰ ਨੇ ਸੋਧਾ ਲਾਉਣਾ ਕੀਤਾ, ਕਿਉਂਕਿ ਇਹਨਾਂ ਨੇ ਵੀ ਅਭਿਮਾਨ ਕਰਕੇ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੀ ਆਦਿ ਸ਼ਕਤੀ ਦੇ ਨਾਲ ਆਡਾ ਲਾਉਣਾ ਕੀਤਾ, ਤੇ ਪਰਮੇਸ਼ਰ ਨੇ ਇਹਨਾਂ ਨੂੰ ਸੋਧ ਦੇਣਾ ਕੀਤਾ ਏ। ਬਿੜਾ ਲਾਸ਼ ਤੁਮ ਰਾਸ਼ ਰਕ ਤਿਸ਼ਕ। ਹਾਂ ਫਿਰ ਬਿੜਾ ਲਾਸ਼ ਧੂਮ ਰਾਸ਼, ਤੇ ਫਿਰ ਰਕਤ ਛਕ ਖੂਨ ਨੂੰ ਛਕਣ ਵਾਲਾ। ਪਾਠ ਰਕ ਤਿਛਕ ਹੀ ਕਰਨਾ ਹੈ। ਅਰਥ ਵੇਲੇ ਰਕਤ ਛਕ ਤੱਤੇ ਦੇ ਉੱਤੇ ਅਧਿਕ ਲੱਗੀ ਹੈ, ਤੋ ਖੂਨ ਨੂੰ ਛਕਣ ਵਾਲਾ ਜੋ ਰਕ ਤਿਛਕ ਨਾਮ ਦਾ ਸੂਰਮਾ ਸੀ। ਚਿਸ਼ਰ ਪਕਰ ਨਿਰੋਧਾ। ਚਿਛਰ ਚੱਚੇ ਦੇ ਉੱਪਰ ਅਧਿਕ ਹੈ। ਚਿਛੁਰ ਦੈਂਤ, ਇਹਨਾਂ ਦੈਂਤਾਂ ਨੂੰ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪਕੜ ਕਰਕੇ ਨਿਰੋਧਾ ਮੈਨੇ ਖਤਮ ਕਰ ਦੇਣਾ ਕੀਤਾ। ਸੁੰਭ ਨਿਸੁੰਭ ਰਾਵਨ ਮਹਿ ਰਾਵਨ। ਫਿਰ ਸੰਸਾਰ ਦੇ ਉੱਪਰ ਸੁੰਭ ਨਿਸੁੰਭ ਰਾਵਨ, ਫਿਰ ਗੁਰੂ ਖਾਲਸਾ ਜੀ ਰਾਵਣ ਮਹਿ ਰਾਵਣ ਇਕੱਠਾ ਕਰ ਦੇਵਾਂਗੇ ਤੇ ਰਾਵਣੰ ਇਹ ਰਾਵਣ। ਸੰਸਾਰ ਦੇ ਉੱਪਰ ਜਿਹੜਾ ਇਹ ਰਾਵਣ ਨਾਮ ਦਾ ਦੈਂਤ ਹੋਇਆ ਏ। ਕੁੰਭਕਾਨ ਹੂੰ ਬੋਧਾ। ਫਿਰ ਕੁੰਭਕਾਨ ਹੋਇਆ ਏ, ਤੇ ਇਹਨਾਂ ਦੈਂਤਾਂ ਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਬੋਧਾ ਮੈਨੇ ਚੰਗਾ ਗਿਆਨ ਕਰਵਾਉਣਾ ਕੀਤਾ ਕਿਰਪਾਨ ਦੇ ਨਾਲ। ਇੰਦਰਜੀਤ ਤ੍ਰੈ ਮੁੰਡ ਅਕੰਪਨ। ਫਿਰ ਇੰਦਰਜੀਤ ਤ੍ਰੈ ਮੁੰਡ ਤੇ ਅਕੰਪਨ ਇਹ ਦੈਂਤਾਂ ਦੇ ਨਾਮ ਨੇ। ਬ੍ਰਿਤਰਾਸੁਰ ਚੱਕ ਝੋਰਾ। ਬ੍ਰਿਤਰਾਸੁਰ ਨਾਮ ਦਾ ਦੈਂਤ, ਇਹਨਾਂ ਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਚੱਕ ਝੋਰਾ ਮੈਨੇ ਝੰਜੋਲਣਾ ਕੀਤਾ। ਬਾਕੀ ਬਕਾਸੁਰ ਬ੍ਰਿਖਬ ਤ੍ਰਿਨਾਵਰਤ। ਫਿਰ ਬਾਕੀ ਬਕਾਸੁਰ ਬ੍ਰਿਖਬ, ਫਿਰ ਤ੍ਰਿਨਾਵਰਤ, ਇਹ ਸ਼੍ਰੀ ਕ੍ਰਿਸ਼ਨ ਜੀ ਦੇ ਵੇਲੇ ਦੈਂਤ ਹੋਏ ਨੇ। ਪਰਲੰਭ ਕਾਲ ਸਿਰ ਫੋਰਾ। ਫਿਰ ਪ੍ਰਲੰਭ ਕਾਲ ਹੋਇਆ ਏ, ਇਹਨਾਂ ਦੇ ਸਿਰਾਂ ਨੂੰ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕ੍ਰਿਸ਼ਨ ਰੂਪ ਹੋ ਕਰਕੇ ਫੋੜਨਾ ਕੀਤਾ। ਕੇਸੀ ਕੰਸ ਚੰਡੂਰ ਮੁਸ਼ਟਕੰ। ਫਿਰ ਕੇਸੀ ਕੰਸ ਚੰਡੂਰ ਮੁਸ਼ਟਕੰ ਇਹ ਦੰਤਾਂ ਦੇ ਨਾਮ ਨੇ। ਜੰਬ ਕੁੰਭ ਅਗ ਬੋਰਾ। ਫਿਰ ਜੰਬਾ ਦੈਂਤ, ਫਿਰ ਕੁੰਭ ਦੈਂਤ, ਤੇ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਪਾਪਾਂ ਦੇ ਵਿੱਚ ਬੋਰਾ ਮੈਨੇ ਡੋਬਣਾ ਕੀਤਾ। ਤੇ ਜਾਂ ਜੰਬ ਮੈਨੇ ਜੰਬਾ ਦੈਂਤ, ਅਗ ਨਾਮ ਪਾਪਾਂ ਦਾ ਤੇ ਕੁੰਭ ਨਾਮ ਘੜੇ ਦਾ ਏ। ਇਹਨਾਂ ਦੈਂਤਾਂ ਨੂੰ ਪਾਪਾਂ ਦੇ ਘੜੇ ਦੇ ਵਿੱਚ ਬੋਰਾ ਮੈਨੇ ਡੋਬ ਦੇਣਾ ਕੀਤਾ ਵਾਹਿਗੁਰੂ ਅਕਾਲ ਪੁਰਖ ਨੇ, ਕਿਉਂਕਿ ਇਹਨਾਂ ਨੇ ਹੰਕਾਰ ਕਰਨਾ ਕੀਤਾ ਸੀ। ਗਨਤ ਨ ਆਵਤ ਅਗਨਤ ਜੋਦਾ। ਮਹਾਰਾਜ ਕਲਗੀਧਰ ਜੀ ਕਹਿੰਦੇ ਗਣਤੀ ਨਹੀਂ ਆਉਂਦੀ, ਅਨੇਕਾਂ ਹੀ ਯੋਧੇ ਸੰਸਾਰ ਦੇ ਉੱਪਰ ਹੋਏ ਹਨ। ਮਾਰ ਗਰਦ ਕਰ ਸ਼ੋਰਾ। ਉਹਨਾਂ ਨੂੰ ਮਾਰ ਕੇ ਧੂੜ ਕਰਕੇ ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਛੱਡਿਆ ਸੀ।
ਉਹਨਾਂ ਨਾਲ ਧੂੜ ਚੱਕਣਾ ਚੂਰ ਉਹਨਾਂ ਨੂੰ ਕਰ ਦੇਣਾ ਕੀਤਾ ਸੀ। ਮਨ ਰੇ ਨਿਡਰ ਨਾ ਹੂਜੈ ਕਾਬਹੀ। ਇਸ ਵਾਸਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਖਾਲਸਾ ਜੀ ਆਪਣੇ ਮਨਾਂ ਨੂੰ ਇਹ ਉਪਦੇਸ਼ ਦਿਓ, ਇਹ ਮਨਾ ਕਦੇ ਵੀ ਤੂੰ ਨਿਡਰ ਨਾ ਹੋ, ਕਦੇ ਬੇਖੌਫ ਨਾ ਹੋ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਖੌਫ ਵਿੱਚ ਰਹਿਣਾ ਕਰ। ਭਾਵ ਵਿੱਚ ਸਭ ਸੰਸਾਰਾ, ਕਿਉਂਕਿ ਸਾਰਾ ਹੀ ਸੰਸਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਖੌਫ ਵਿੱਚ ਹੀ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੀ ਚੱਲਦਾ ਪਿਆ ਏ। ਭੈ ਵਿੱਚ ਚੰਦ ਸੂਰ ਸਸ ਸੁਰਪਤ। ਜਿਵੇਂ ਆਸਾ ਜੀ ਦੀ ਵਾਰ ਵਿੱਚ ਪਹਿਲੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਜਿਵੇਂ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਏਦਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਦੇਖੋ ਗੁਰੂ ਖਾਲਸਾ ਜੀ ਆਪਣੇ ਮਨਾਂ ਨੂੰ ਸਮਝਾਓ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਸੂਰ ਮੈਨੇ ਸੂਰਜ ਹੈ, ਸਸ ਮੈਨੇ ਚੰਦਰਮੇ, ਸੁਰਪਤ ਮੈਨੇ ਇੰਦਰ, ਚੰਦ ਮੈਨੇ ਕਿਤਨੇ ਕਿਤਨੇ ਸੂਰਜ, ਕਿਤਨੇ ਚੰਦਰਮੇ ਤੇ ਕਿਤਨੇ ਇੰਦਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਪਏ ਨੇ। ਵਿੱਚ ਵਾਵੇ ਨੂੰ ਸਿਹਾਰੀ ਤੇ ਚੱਚੇ ਨੂੰ ਸਿਹਾਰੀ। ਇਸ ਤਰੀਕੇ ਨਾਲ ਇਹ ਸਾਰੇ ਥਾਵਾਂ ਤੇ ਤਕਰੀਬਨ 6 ਵਾਰ ਵਿੱਚ ਆਵੇਗਾ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇੰਜ ਹੀ ਪਾਠ ਆਉਂਦਾ, ਵਾਵੇ ਨੂੰ ਸਿਹਾਰੀ ਤੇ ਚੱਚੇ ਨੂੰ ਸਿਹਾਰੀ। ਨਨਕਿਆਣੀ ਸਾਹਿਬ ਵਾਲੀ ਬੀੜ ਦੇ ਵਿੱਚ ਪਾਠ ਦੇਖਿਆ ਸੀ, ਉੱਥੇ ਵੀ ਗੁਰੂ ਖਾਲਸਾ ਜੀ ਇਸੇ ਹੀ ਪ੍ਰਕਾਰ ਪਾਠ ਆਇਆ ਏ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਮਨਾ ਵੇਖ ਕਿੰਨੇ ਸੂਰਜ ਤੇ ਕਿੰਨੇ ਚੰਦਰਮੇ ਤੇ ਕਿੰਨੇ ਇੰਦਰ ਭੈ ਵਿੱਚ ਹੀ ਚੱਲਦੇ ਪਏ ਹਨ। ਭੈ ਵਿੱਚ ਨਖਿਅਤਰ ਗੈ ਨਾਰਾ। ਹਾਂ, ਭੈ ਦੇ ਵਿੱਚ ਹੀ ਨਖਿਅਤਰ ਮੈਨੇ ਤਾਰੇ ਗੈਨਾਰਾ ਆਕਾਸ਼ ਵਿੱਚ ਚਮਕਦੇ ਪਏ ਨੇ। ਨਖਿਅਤਰ ਨੰਨਾ ਖੱਖੇ ਦੇ ਪੈਰ ਦੇ ਵਿੱਚ य ਲੱਗਾ ਹੋਇਆ ਹੈ ਤੇ ਤੱਤੇ ਦੇ ਪੈਰ ਵਿੱਚ ਰਾਰਾ ਹੈ। ਜਿਵੇਂ ਆਦ ਬਾਣੀ ਵਿੱਚ ਤਸਯ ਜਨਮਤਸਯ ਤੱਤਾ ਸੱਸੇ ਦੇ ਪੈਰ ਵਿੱਚ य ਹੈ ਨਾ, ਇਦਾਂ ਹੀ ਖੱਖੇ ਦੇ ਪੈਰ ਵਿੱਚ ਜਈਆ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਅਸਮਾਨ ਵਿੱਚ ਟਿਮਟਮਾਉਂਦੇ ਤਾਰੇ ਨੇ ਉਹ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੀ ਨੇ। ਭੈ ਵਿੱਚ ਧਰਤੀ ਧੌਲ ਆਕਾਸ਼ਾ। ਹਾਂਜੀ, ਭੈ ਦੇ ਵਿੱਚ ਹੀ ਧਰਤੀ ਹੈ ਤੇ ਭੈ ਵਿੱਚ ਹੀ ਧੌਲਾ ਬਲਦਾ ਹੈ ਧਰਤੀ ਦੇ ਹੇਠਾਂ। ਭੈ ਦੇ ਵਿੱਚ ਹੀ ਆਕਾਸ਼ ਹੈ। ਧੌਲ ਧਰਮ ਦਇਆ ਕਾ ਪੂਤ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜੋ ਧਰਮ ਬੱਧੇ ਨੇ ਕਿ ਸੂਰਜ ਨੇ ਤੱਤਾ ਰਹਿਣਾ ਹੈ, ਧਰਤੀ ਨੇ ਘੁੰਮਣਾ ਹੈ, ਸੂਰਜ ਨੇ ਘੁੰਮਣਾ ਹੈ, ਚੰਦਰਮੇ ਨੇ ਠੰਡਾ ਰਹਿਣਾ ਹੈ, ਇਹ ਜੋ ਧਰਮ ਰੂਪੀ ਧੌਲਾ ਬਲਦ ਹੈ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੀ ਹੈ। ਭੈ ਵਿੱਚ ਸਿੰਧ ਬਿਆਰਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਦੇ ਵਿੱਚ ਹੀ ਸਮੁੰਦਰ ਨੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਹਵਾ ਚੱਲਦੀ ਪਈ ਹੈ। ਭੈ ਵਿੱਚ ਤਪੀ ਜਪੀ ਸੇਖ ਨਾਗੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਤਪਸਵੀ ਤਪ ਕਰਦੇ ਪਏ ਨੇ ਤੇ ਜਪੀ ਬੰਦੇ ਜਾਪ ਕਰਦੇ ਪਏ ਨੇ ਤੇ ਸ਼ੇਸ਼ ਨਾਗ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹਜ਼ਾਰਾਂ ਨਾਮ ਆਪਣੇ ਮੁਖ ਤੋਂ ਉਚਾਰਨ ਕਰਦਾ ਪਿਆ ਏ। ਭੈ ਵਿੱਚ ਸਕਲ ਆਕਾਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿੰਨਾ ਆਕਾਰ ਹੈ ਨਾ, ਜਿੰਨੀ ਇਹ ਦੁਨੀਆ ਹੈ, ਇਹ ਸਾਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੈ। ਅਭਿਮਾਨ ਨਰਕ ਕਾ ਮੂਲ ਪਛਾਨ। ਮਹਾਰਾਜ ਕਲਗੀਧਰ ਜੀ ਕਹਿੰਦੇ ਮੁੱਖ ਦੀ ਗੱਲ ਇਹ ਹੈ ਖਾਲਸਾ ਜੀ, ਜਿਹੜਾ ਹੰਕਾਰ ਹੈ ਨਾ ਇਹ ਨਰਕਾਂ ਦਾ ਮੁੱਢ ਹੈ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਜਿਹਨੇ ਨਰਕਾਂ ਨੂੰ ਜਾਣਾ ਹੈ ਉਹ ਅਭਿਮਾਨ ਕਰ ਲਵੇ, ਉਹ ਹੰਕਾਰ ਕਰ ਲਵੇ। ਹੰਕਾਰ ਜਿਹੜਾ ਇਹ ਨਰਕਾਂ ਦਾ ਮੁੱਢ ਪਛਾਣੋ। ਹੰਕਾਰ ਤੋਂ ਹੀ ਨਰਕ ਪੈਦਾ ਹੋਏ ਨੇ।
ਸੰਸਾਰ ਦੇ ਉੱਪਰ ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਜਿਨ ਰਚ ਰਚਿਆ ਕਰਨੈ ਹਾਰੇ ਨਾਲੇ ਹਉਮੈ ਪਾਈ। ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ ਤੇ ਨਾਲ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਹਉਮੈ ਪਾ ਦਿੱਤੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇੱਕ ਬੰਦਾ ਬਣਾਇਆ ਤੇ ਉਹਦੇ ਵਿੱਚ ਮਨ ਪਾਇਆ, ਜਿਹਨੂੰ ਗੁਰੂ ਖਾਲਸਾ ਜੀ ਅੰਤःਕਰਨ ਵੇਦਾਂਤ ਦੇ ਪੁਸਤਕਾਂ ਵਿੱਚ ਲਿਖਿਆ ਮਿਲਦਾ ਹੈ, ਜਿਹਦਾ ਨਾਮ ਅੰਤःਕਰਨ ਦੇ 4 ਹਿੱਸੇ ਕਹਿ ਲਓ, 4 ਉਹਦੇ ਰੂਪ ਕਹਿ ਲਓ। ਜਿਵੇਂ ਬੰਦਾ ਇੱਕ ਹੀ ਹੁੰਦਾ ਏ, ਜੇ ਉਹ ਕਿਸਾਨਾਂ ਵਾਲੇ ਕੱਪੜੇ ਪਾ ਕੇ ਖੇਤੀ ਕਰੇ ਤੇ ਉਹ ਕਿਸਾਨ ਅਖਵਾਉਂਦਾ ਏ। ਉਹੀ ਬੰਦਾ ਸੁਨਿਆਰੇ ਦੀ ਦੁਕਾਨ ਤੇ ਬੈਠ ਕਰਕੇ ਸੁਨਿਆਰੇ ਦਾ ਕੰਮ ਕਰਨ ਲੱਗ ਪਏ, ਉਹ ਸੁਨਿਆਰਾ ਖਵਾਉਂਦਾ ਏ, ਸੋਨੇ ਦਾ ਕੰਮ ਕਰਨ ਵਾਲਾ। ਜੇ ਉਹੀ ਆਪਣੇ ਹੱਥ ਵਿੱਚ ਕੁਹਾੜਾ ਫੜ ਕਰਕੇ ਲੱਕੜਾਂ ਨੂੰ ਕੱਟਣ ਲੱਗ ਪਵੇ ਤੇ ਉਹ ਤਰ ਖਾਨ ਖਵਾਉਂਦਾ ਏ। ਤਰ ਨਾਮ ਰੁੱਖਾਂ ਦਾ ਤੇ ਖਾਨ ਮੈਨੇ ਖਤਮ ਕਰਨ ਦਾ, ਰੁੱਖਾਂ ਨੂੰ ਖਤਮ ਕਰਨ ਵਾਲਾ। ਤੇ ਜੇ ਉਹ ਆਪਣੇ ਹੱਥ ਵਿੱਚ ਹਥੌੜਾ ਫੜ ਕੇ ਲੋਹੇ ਨੂੰ ਕੁੱਟਣ ਲੱਗ ਪਵੇ ਤੇ ਉਹ ਲੁਹਾਰ ਖਵਾਉਂਦਾ ਏ। ਲੋਹ ਨਾਮ ਲੋਹੇ ਦਾ ਤੇ ਆਰ ਨਾਮ ਵੈਰੀ ਦਾ ਏ, ਜਿਹੜਾ ਲੋਹੇ ਦਾ ਵੈਰੀ ਹੋਵੇ। ਜਿਵੇਂ ਬਹੁਤਾ ਅੰਨ ਖਾਵੇ ਤੇ ਉਹਨੂੰ ਕਹਿੰਦੇ ਨਾ ਇਹ ਅੰਨ ਦਾ ਵੈਰੀ ਹੈ। ਇੱਦਾਂ ਜਿਹੜਾ ਹਮੇਸ਼ਾ ਲੋਹਾ ਕੁੱਟਦਾ ਰਵੇ ਉਹਨੂੰ ਪੰਜਾਬੀ ਦੇ ਕੋਸ਼ ਵਿੱਚ ਲੁਹਾਰ ਕਹਿੰਦੇ ਹਨ। ਇੱਦਾਂ ਹੀ ਗੁਰੂ ਖਾਲਸਾ ਜੀ ਜਦੋਂ ਅੰਦਰ ਬੁਰਨੇ ਬੁਰਦੇ ਨੇ ਉਹਨੂੰ ਮਨ ਕਹਿੰਦੇ ਨੇ। ਜਦੋਂ ਉਹੀ ਸ਼ਕਤੀ ਕੋਈ ਸੋਚਣ ਲੱਗ ਪੈਂਦੀ ਹੈ ਉਹਨੂੰ ਚਿੱਤ ਕਹਿੰਦੇ ਨੇ। ਜਦੋਂ ਉਹੀ ਸ਼ਕਤੀ ਚੰਗੇ ਮਾੜੇ ਦਾ ਨਿਰਣਾ ਕਰਦੀ ਹੈ ਉਹਨੂੰ ਬੁੱਧੀ ਕਹਿੰਦੇ ਨੇ। ਜਦੋਂ ਉਹੀ ਸ਼ਕਤੀ ਕਹਿੰਦੀ ਮੈਂ ਕੀਤਾ ਏ, ਮੈਂ ਸਭ ਕੁਝ ਕਰਨ ਵਾਲੀ ਹਾਂ, ਉਹਨੂੰ ਅਹੰਕਾਰ ਕਹਿੰਦੇ ਨੇ। ਮਨ, ਬੁੱਧ, ਚਿੱਤ, ਅਹੰਕਾਰ, ਇਹ 4 ਚੀਜ਼ਾਂ ਦੇ ਸਮੁਦਾਇ ਨੂੰ ਅੰਤਸ਼ਕਰਨ ਕਹਿੰਦੇ ਨੇ। ਜੋ ਸਰੀਰ ਦੇ ਵਿੱਚ ਸ਼ਕਤੀ ਵਰਤਦੀ ਪਈ ਹੈ, ਜੋ ਚੰਗੇ ਮਾੜੇ ਦੇ ਬਾਰੇ ਸੋਚਦੀ ਪਈ ਹੈ ਸ਼ਕਤੀ ਇੱਕ ਹੀ ਹੈ। 4 ਕੰਮਾਂ ਕਰਕੇ ਇਹਦੇ ਨਾਮ 4 ਨੇ। ਜਿਵੇਂ ਗੁਰੂ ਖਾਲਸਾ ਜੀ ਮਠਿਆਈ ਦੁੱਧ ਦੀ ਤਿਆਰ ਕਰਕੇ ਤੇ ਥੋੜੀ ਜਿਹੀ ਵਿੱਚ ਲੱਸੀ ਪਾ ਦਈਏ ਜਾਂ ਖੱਟੀ ਚੀਜ਼ ਪਾ ਦਈਏ ਤੇ ਉਹ ਮਠਿਆਈ ਖੱਟੀ ਹੋ ਜਾਂਦੀ ਹੈ। ਇੱਦਾਂ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇਹ ਬੰਦੇ ਦੀ ਬੰਤਰ ਰਚ ਕੇ ਮਨ ਵੀ, ਚਿੱਤ ਵੀ, ਬੁੱਧ ਵੀ ਤੇ ਨਾਲ ਫਿਰ ਹੰਕਾਰ ਦੀ ਖਟਿਆਈ ਪਾ ਦਿੱਤੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਤੋਂ ਇਹ ਸੰਸਾਰ ਰਚਿਆ ਹੰਕਾਰ ਸਿਰਜ ਦਿੱਤਾ। ਜਿਹੜਾ ਹੰਕਾਰ ਹੈ ਇਹ ਨਰਕਾਂ ਦਾ ਮੁੱਢ ਹੈ। ਭਗਤੀ ਤੋਂ ਸ਼ਕਤੀ, ਭਗਤੀ ਤੋਂ ਸੱਚਖੰਡ, ਭਗਤੀ ਤੋਂ ਸਵਰਗ, ਅਪਵਰਗ, ਇਹ ਗੁਰੂ ਖਾਲਸਾ ਜੀ ਖੰਡ, ਇਹ ਘਰ, ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਪਾਵਨ ਅਸਥਾਨ ਬਣੇ ਨੇ ਤੇ ਹੰਕਾਰ ਤੋਂ ਨਰਕ ਬਣਿਆ ਹੈ। ਇਸ ਲਈ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜਾ ਹੰਕਾਰ ਹੈ ਇਹ ਨਰਕਾਂ ਦਾ ਮੂਲ ਹੈ। ਗੁਰੂ ਖਾਲਸਾ ਜੀ ਨਰਕ ਜਿਹੜੇ ਨੇ ਹੰਕਾਰ ਤੋਂ ਹੀ ਪੈਦਾ ਹੋਏ। ਪਛਾਨੋ ਮੈਨੇ ਜਾਣਨਾ ਕਰੋ। ਅਹੰਕਾਰ ਸੁਰਗ ਤੇ ਡਾਰੇ। ਜਿਹੜਾ ਹੰਕਾਰ ਹੈ ਇਹ ਸਵਰਗਾਂ ਤੋਂ ਬੰਦੇ ਨੂੰ ਸੁੱਟ ਦਿੰਦਾ ਹੈ। ਜਿਵੇਂ ਗੁਰੂ ਖਾਲਸਾ ਜੀ ਨੂਖਾ ਰਾਜਾ, ਉਹਨੇ ਧਰਮ ਕਰਮ ਕੀਤਾ ਤੇ ਉਹਨੂੰ ਸਵਰਗਾਂ ਦੀ ਪ੍ਰਾਪਤੀ ਹੋ ਗਈ। ਇੰਦਰ ਦੀ ਪਾਲਕੀ ਤੇ ਬੈਠਾ ਏ ਤੇ ਰਿਸ਼ੀਆਂ ਨੂੰ ਕਹਿੰਦਾ ਪਾਲਕੀ ਚੁੱਕੋ। ਤੇ ਕਾਮ ਦਾ ਵੇਗ ਮਨ ਵਿੱਚ ਵਗਿਆ ਏ। ਇੰਦਰ ਦੀ ਘਰਵਾਲੀ ਸਚੀ ਦੇ ਨਾਲ ਦੁਰਕਰਮ ਕਰਨ ਵਾਸਤੇ ਤੁਰਿਆ ਏ। ਰਿਸ਼ੀਆਂ ਨੂੰ ਕਹਿੰਦਾ ਸਰਪ ਚਲੋ, ਸਰਪ ਚਲੋ।
ਸਰਪ ਦਾ ਅਰਥ ਹੁੰਦਾ ਛੇਤੀ, ਤੇ ਨਾਲ ਆਪਣੇ ਹੱਥ ਦੇ ਵਿੱਚ ਸੋਟੀ ਲੈ ਕੇ ਤੇ ਰਿਖੀਆਂ ਨੂੰ ਉੱਤੋਂ ਮਾਰਦਾ ਏ। ਇੱਕ ਰਿਖੀ ਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ, ਸਰਪ ਸਰਪ ਕਰਦਾ, ਸਰਪ ਹੀ ਹੋ ਜਾ, ਇਹਨਾਂ ਤੈਨੂੰ ਮਾਣ ਹੈ, ਸਾਡੇ ਤੇ ਸੋਟੀਆਂ ਚਲਾਉਂਦਾ ਪਿਆ ਏ। ਗੁਰੂ ਖਾਲਸਾ ਜੀ ਰਿਖੀ ਵਾਰ ਦਾ ਬਚਨ ਹੋਇਆ, ਉਹ ਸਵਰਗਾਂ ਤੋਂ ਡਿੱਗ ਕੇ ਤੇ ਸਰਪ ਜੂਨੀ ਨੂੰ ਪ੍ਰਾਪਤ ਹੋ ਗਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਹੰਕਾਰ ਹੈ ਨਾ, ਇਹ ਬੰਦੇ ਨੂੰ ਸੁਰਗਾਂ ਤੋਂ ਵੀ ਠਾਹ ਸੁੱਟ ਦਿੰਦਾ ਏ, ਇੰਦਰ ਪਦਵੀ ਤੋਂ ਵੀ ਬੰਦੇ ਨੂੰ ਲਾਹ ਦਿੰਦਾ ਏ। ਅਹੰਕਾਰੀ ਪਰਤਾਪਤ ਜੁਗ ਜੁਗ। ਹਾਂ, ਜੁਗਾਂ ਜਗਾਂਤਰਾਂ ਦੇ ਵਿੱਚ ਹੰਕਾਰੀ ਬੰਦੇ ਆਉਂਦੇ ਨੇ ਤੇ ਪਰ ਵਿਸ਼ੇਸ਼ ਕਰਕੇ ਤਾਪਤ ਮੈਨੇ ਤਪਦੇ ਰਹਿੰਦੇ ਨੇ। ਜਿਹੜਾ ਹੰਕਾਰੀ ਬੰਦਾ ਏ ਉਹ ਜੁਗਾਂ ਜਗਾਂਤਰਾਂ ਵਿੱਚ ਬਾਰ-ਬਾਰ ਜਨਮ ਧਾਰ ਕੇ ਤਪਦਾ ਏ। ਅਹੰਕਾਰ ਖੁਆਰ ਕਰ ਮਾਰੇ। ਜਿਹੜਾ ਹੰਕਾਰ ਹੈ ਇਹ ਖੁਆਰ ਕਰਕੇ ਰੱਬ ਵੱਲੋਂ ਬੰਦੇ ਨੂੰ ਮਾਰਦਾ ਏ। ਹੰਕਾਰੀ ਬੰਦਾ ਰੱਬ ਤੋਂ ਆਕੀ ਹੋ ਜਾਂਦਾ ਏ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ ਤੇ ਵਾਹਿਗੁਰੂ ਤੋਂ ਖੁਆਰ ਹੋ ਕਰਕੇ ਮਰਦਾ ਏ। ਖਿਨ ਖਿਨ ਭੂਲ ਹੋਤ ਜਾਂ ਜੀ ਤੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜੀਵ ਭੁੱਲਣਹਾਰ ਹੈ ਸਦਾ ਹੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹੜਾ ਜੀਵ ਹੈ ਇਹ ਭੁੱਲਣਹਾਰ ਹੈ। ਖਿਣ ਖਿਣ ਮਾਤਰ ਸਮੇਂ ਵਿੱਚ ਜੀਵ ਤੋਂ ਭੁੱਲ ਹੁੰਦੀ ਰਹਿੰਦੀ ਹੈ। ਪਲ ਪਲ ਸਦਾ ਬਿਗਾਰੇ। ਹਾਂ, ਪਲ ਪਲ ਬੰਦਾ ਭੁੱਲਦਾ ਏ, ਪਲ ਪਲ ਦੇ ਸਮੇਂ ਵਿੱਚ ਤੇ ਸਦਾ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਵਿਗਾੜ ਪਾਉਂਦਾ ਰਹਿੰਦਾ ਏ, ਜਾਂ ਭੁੱਲ ਭੁੱਲ ਕੇ ਸਦਾ ਹੀ ਆਪਣੇ ਸ਼ੁਭ ਕੰਮ ਵਿਗਾੜਦਾ ਰਹਿੰਦਾ ਏ। ਨਾਨਾ ਹੋਏ ਵਰਤ ਜਗ ਅੰਤਰ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨਾਨਾ ਰੂਪ ਧਾਰ ਕਰਕੇ ਸੰਸਾਰ ਦੇ ਵਿੱਚ ਵਰਤਦਾ ਪਿਆ ਏ। ਜਿੰਨੇ ਅਨੇਕਾਂ ਰੂਪ ਨੇ ਉਹਨਾਂ ਰੂਪਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਤੱਖ ਜੋਤ ਵਰਤਦੀ ਪਈ ਹੈ। ਊਚ ਨੀਚ ਕਹਿ ਡਾਰੇ। ਉਹ ਬੰਦਿਆਂ ਨੂੰ ਉੱਚਿਆਂ ਤੇ ਨੀਵਿਆਂ ਕਰਕੇ ਸੁੱਟਦੀ ਹੈ। ਬੰਦਾ ਭੁੱਲ ਜਾਂਦਾ ਏ, ਫਿਰ ਨੀਵੇਂ ਤਾਂ ਜਾ ਡਿੱਗਦਾ ਏ। ਬੰਦਾ ਫਿਰ ਤਿਆਰ ਬਰ ਤਿਆਰ ਹੋ ਕਰਕੇ ਉੱਪਰ ਨੂੰ ਉੱਠਦਾ ਏ, ਉੱਚੇ ਥਾਂ ਚਲੇ ਜਾਂਦਾ ਏ। ਇਸ ਲਈ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਖਿਣ ਖਿਣ ਮਾਤਰ ਸਮੇਂ ਦੇ ਵਿੱਚ ਇਸ ਜੀਵ ਤੋਂ ਭੁੱਲਾਂ ਹੁੰਦੀਆਂ ਨੇ। ਪਲ ਪਲ ਮਾਤਰ ਸਮੇਂ ਦੇ ਵਿੱਚ ਬੰਦਾ ਸ਼ੁਭ ਕੰਮਾਂ ਵੱਲੋਂ ਵਿਗਾੜ ਪਾ ਲੈਂਦਾ ਏ। ਉਹਦੇ ਚੰਗੇ ਭਲੇ ਕੰਮ ਵਿਗੜ ਜਾਂਦੇ ਨੇ। ਭਗਤੀ ਦੇ ਰਸਤੇ ਤੇ ਚੱਲਦਾ ਚੱਲਦਾ ਡੋਲ ਜਾਂਦਾ ਏ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਏ। ਜਦੋਂ ਬੰਦਾ ਡੋਲ ਜਾਂਦਾ ਏ ਉਠਾਂ ਸੁੱਟ ਦਿੰਦਾ ਏ। ਜਦੋਂ ਬੰਦਾ ਤਿਆਰ ਬਰ ਤਿਆਰ ਹੋ ਕੇ ਵਾਹਿਗੁਰੂ ਦਾ ਨਾਮ ਜਪਦਾ ਏ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤਾਂ ਚੁੱਕ ਦਿੰਦਾ ਏ। ਊਚ ਨੀਚ ਕਹਿ ਡਾਰੇ। ਉੱਚੇ ਨੀਵੇਂ ਥਾਂ ਤੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੁੱਟ ਦਿੰਦਾ ਏ। ਗਰਭ ਪਾਪ ਬੋਝਲ ਅਤ ਭਾਰੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਹੰਕਾਰ ਹੈ ਨਾ, ਇਹ ਬਹੁਤਾ ਹੀ ਭਿਆਨਕ ਪਾਪਾਂ ਦਾ ਬੋਝ ਹੈ। ਜਾਂ ਹੰਕਾਰ ਬਹੁਤਾ ਹੀ ਡਰਾਉਣਾ ਪਾਪ ਦਾ ਬੋਝਲ ਮੈਨੇ ਬੋਝ ਹੈ। ਬੋਝਲ ਦਾ ਅਰਥ ਭਾਰੀ ਵੀ ਹੁੰਦਾ ਹੈ। ਹੰਕਾਰ ਭਾਰੀ ਪਾਪ ਹੈ ਤੇ ਬਹੁਤਾ ਹੀ ਡਰਾਉਣਾ ਹੈ। ਪਾਪਾਂ ਦਾ ਮੂਲ ਹੰਕਾਰ ਹੈ। ਤਰਨੀ ਸਹਿਓ ਨਾ ਜਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤਾ ਵੱਡਾ ਬੋਝ, ਬਹੁਤਾ ਵੱਡਾ ਪਾਪ, ਬਹੁਤਾ ਡਰਾਉਣਾ ਹੰਕਾਰ ਧਰਤੀ ਦੇ ਕੋਲੋਂ ਵੀ ਕਈ ਵਾਰ ਸਹਾਰਿਆ ਨਹੀਂ ਜਾਂਦਾ। ਕਰਤ ਪੁਕਾਰ ਗਾਏ ਬਪ ਧਰ ਕਰ। ਹਾਂ, ਫਿਰ ਉਹ ਗਾਂ ਦਾ ਰੂਪ ਧਾਰ ਕੇ ਨਾ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਪੁਕਾਰੂ ਹੋ ਕਰਕੇ ਪੁਕਾਰ ਕਰਦੀ ਹੈ ਧਰਤੀ। ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਲੋਕਾਂ ਦੇ ਮਨਾਂ ਵਿੱਚ ਹੰਕਾਰ ਹੋ ਗਿਆ ਹੈ। ਇਹ ਹੰਕਾਰ ਦਾ ਭਾਰ ਮੇਥੋਂ ਚੁੱਕਿਆ ਨਹੀਂ ਜਾਂਦਾ। ਇਹ ਬਹੁਤ ਵੱਡਾ ਬੋਝ ਹੈ ਮੇਰੇ ਉੱਪਰ। ਪ੍ਰਭ ਪਹਿ ਰੋਵਤ ਧਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਧਰਤੀ ਜਿਹੜੀ ਹੈ ਨਾ
ਉਹ ਧਾਹਾਂ ਮਾਰ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਰੋਂਦੀ ਹੈ। ਭਾਰਾ ਕ੍ਰਿਤ ਧਰਨ ਅਤ ਬੋਝਲ। ਹਾਂ, ਭਾਰਾ ਕ੍ਰਿਤ ਮੈਨੇ ਕੁਕਰਮਾਂ ਦੇ ਭਾਰ ਦੇ ਨਾਲ ਜਿਹੜੀ ਧਰਤੀ ਹੈ ਨਾ ਉਹਦੇ ਉੱਪਰ ਬਹੁਤ ਬੋਝਲ ਮੈਨੇ ਭਾਰ ਹੋ ਜਾਂਦਾ ਏ। ਅਸੁਰਨ ਹੋਤ ਅਧਿਕਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਦੈਂਤ ਬੁੱਧੀ ਵਾਲੇ ਜਿੰਨੇ ਪੁਰਸ਼ ਨੇ ਉਹਨਾਂ ਕਰਕੇ ਧਰਤੀ ਦੇ ਉੱਪਰ ਭਾਰੀ ਬੋਝ ਹੁੰਦਾ ਏ ਤੇ ਧਰਤੀ ਦੇ ਕੋਲੋਂ ਇਹ ਭਾਰ ਝੱਲਿਆ ਨਹੀਂ ਜਾਂਦਾ। ਉਪਜਤ ਗਰਭ ਸੁਰਾਸੁਰ ਤਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਅਹੰਕਾਰ ਬਾਰੇ ਮੈਂ ਕੀ ਕਵਾਂ ਖਾਲਸਾ ਜੀ। ਇਹ ਅਹੰਕਾਰ ਦੇਵਤਿਆਂ ਨੂੰ ਵੀ ਤੇ ਦੈਂਤਾਂ ਨੂੰ ਵੀ ਸਮੇਂ ਸਮੇਂ ਤੇ ਪ੍ਰਗਟ ਹੁੰਦਾ ਏ ਉਹਨਾਂ ਦੇ ਮਨਾਂ ਵਿੱਚ। ਦੇਵਤਿਆਂ ਨੂੰ ਵੀ ਹੋ ਜਾਂਦਾ ਏ ਅਹੰਕਾਰ ਤੇ ਦੈਂਤਾਂ ਨੂੰ ਵੀ ਹੋ ਜਾਂਦਾ ਏ। ਤਸਕਰ ਸਾਤਲ ਜਾਈ। ਫਿਰ ਜਿਹੜੀ ਧਰਤੀ ਹੈ ਨਾ ਉਹ ਪਤਾਲਾਂ ਨੂੰ ਧੱਸਦੀ ਜਾਂਦੀ ਹੈ। ਜਿਉਂ ਜਿਉਂ ਬੰਦਿਆਂ ਨੂੰ ਅਹੰਕਾਰ ਦੇਵੀ ਦੇਵਤਿਆਂ ਨੂੰ ਅਹੰਕਾਰ ਹੁੰਦਾ ਜਾਂਦਾ ਏ ਤਿਵੇਂ ਤਿਵੇਂ ਧਰਤੀ ਜਿਹੜੀ ਹੈ ਉਹ ਪਤਾਲਾਂ ਨੂੰ ਧੱਸਦੀ ਜਾਂਦੀ ਹੈ ਭਾਰ ਦੇ ਨਾਲ, ਅਹੰਕਾਰ ਦੇ ਭਾਰ ਨਾਲ। ਬਸਦਾ ਸੰਤ ਸਾਧ ਹਿਤ ਪ੍ਰਭ ਜੀ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਧਰਤੀ ਨੂੰ ਸੰਤਾਂ ਮਹਾਂਪੁਰਖਾਂ ਨੂੰ ਤੇ ਸਾਧੂਆਂ ਦਾ ਹਿੱਤ ਭਲਾ ਕਰਨ ਵਾਸਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਧਰਤੀ ਦਾ ਭਲਾ ਕਰਨ ਲਈ ਤੇ ਸੰਤਾਂ ਸਾਧੂਆਂ ਦਾ ਭਲਾ ਕਰਨ ਵਾਸਤੇ ਧਰਤ ਅਵਤਾਰ ਪੁਨੀਤਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਪਾਵਨ ਅਵਤਾਰ ਧਾਰਦੇ ਨੇ ਧਰਤੀ ਤੇ ਅਹੰਕਾਰੀਆਂ ਦਾ ਸੰਘਾਰ ਕਰਨ ਵਾਸਤੇ। ਪਾਵਨ ਭੂਮ ਧਰਨ ਧਰ ਸਾਧਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਧਰਨ ਮੈਨੇ ਧਰਤੀ ਤੇ ਧਰ ਮੈਨੇ ਆਸਰਾ। ਤੇ ਧਰ ਦੇ ਰਾਰੇ ਨੂੰ ਸਿਹਾਰੀ ਹੈ, ਇਹ ਵਾਲੇ ਦੇ ਅਰਥ ਵਿੱਚ ਲੱਗੀ ਹੈ। ਜੋ ਧਰਤੀ ਨੂੰ ਆਸਰਾ ਦੇਣ ਵਾਲੇ ਨੇ ਉਹ ਸਦਾ ਹੀ ਅਵਤਾਰ ਧਾਰ ਕੇ ਤੇ ਧਰਤੀ ਨੂੰ ਪਾਵਨ ਕਰਦੇ ਆਏ ਨੇ ਤੇ ਕਰਦੇ ਹੀ ਰਹਿਣਗੇ। ਤਾਰਤ ਪਤਿਤ ਪਵਿੱਤਾ। ਹਾਂ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਧਰਤੀ ਦੇ ਉੱਪਰ ਆ ਕਰਕੇ ਧਰਤੀ ਨੂੰ ਤਾਰਦੇ ਨੇ। ਪਾਪੀਆਂ ਦਾ ਸੰਘਾਰ ਕਰਕੇ ਭਗਤਾਂ ਦਾ ਭਲਾ ਕਰਦੇ ਨੇ। ਉਹਨਾਂ ਨੂੰ ਇਹ ਸੰਸਾਰ ਤੋਂ ਤਾਰ ਕਰਕੇ ਬੈਕੁੰਠ ਵਿੱਚ ਥਾਂ ਬਖਸ਼ਦੇ ਨੇ। ਸੰਤਨ ਦੁਖੀ ਆਪ ਦੁਖ ਪਾਵਤ। ਹਾਂ, ਜਦੋਂ ਸੰਤ ਦੁਖੀ ਹੁੰਦੇ ਆ ਨਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੀ ਸੰਤਾਂ ਦਾ ਦੁੱਖ ਆਪਣਾ ਦੁੱਖ ਮੰਨਦੇ ਨੇ। ਸੰਤਾਂ ਦੇ ਦੁਖੀ ਹੋਣ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਆਪ ਦੁੱਖ ਪਾਉਂਦੇ ਨੇ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸ਼ਰੁਤ ਸ਼ਾਸਤਰ ਕਹਿ ਗੀਤਾ। ਹਾਂ, ਸ਼ਰੁਤ ਵੇਦਾਂ ਵਿੱਚ ਤੇ ਛਿਆਂ ਸ਼ਾਸਤਰਾਂ ਵਿੱਚ ਤੇ ਭਗਵਤ ਗੀਤਾ ਵਿੱਚ ਇਹ ਗੱਲ ਕਹੀ ਹੈ। ਕਲਗੀਧਰ ਜੀ ਕਹਿੰਦੇ ਨੇ ਜਾਂ ਵੇਦ ਤੇ ਸ਼ਾਸਤਰ ਗੀਤਾ ਮੈਨੇ ਗੀਤ ਗਾ ਗਾ ਕੇ ਗੱਲ ਕਹਿ ਰਹੇ ਨੇ। ਸੰਤ ਹਮਾਰੇ ਪ੍ਰਾਨ ਆਧਾਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਵੇਦ ਸ਼ਾਸਤਰ ਇਹ ਗੱਲ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪਣੇ ਮੁਖ ਤੋਂ ਸਦਾ ਹੀ ਇਹ ਗੱਲ ਕਹਿੰਦੇ ਨੇ। ਜਿਹੜੇ ਸੰਤ ਨੇ ਇਹ ਸਾਡੇ ਪ੍ਰਾਣਾਂ ਦਾ ਆਸਰਾ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਆਉਂਦੇ ਨੇ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉਦਾਂ ਹੀ ਮਹਾਰਾਜ ਕਲਗੀਧਰ ਨੇ ਇਹ ਬਚਨ ਲਿਖੇ ਨੇ। ਸੰਤ ਅਨੰਤ ਇੱਕ ਰੀਤਾ। ਹਾਂ, ਸੰਤਾਂ ਦੀ ਤੇ ਅਨੰਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਇੱਕੋ ਹੀ ਰੀਤੀ ਹੈ, ਇੱਕੋ ਹੀ ਮਰਿਆਦਾ ਹੈ। ਸੰਤ ਵੀ ਸ਼ਰਨ ਆਇਆਂ ਨੂੰ ਗਲੇ ਨਾਲ ਲਾਉਂਦੇ ਨੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੀ ਸ਼ਰਨ ਆਇਆਂ ਨੂੰ ਗਲੇ ਲਾਉਂਦੇ ਨੇ। ਇਨ੍ਹਾਂ ਮਹਾਰਾਜ ਕਲਗੀਧਰ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਸੰਤਨ ਦੁਖੀ ਆਪ ਦੁਖ ਪਾਵਤ, ਸ਼ਰੁਤ ਸ਼ਾਸਤਰ ਕਹਿ ਗੀਤਾ। ਸੰਤ ਹਮਾਰੇ ਪ੍ਰਾਨ ਆਧਾਰਾ,
ਸੰਤ ਅਨੰਤ ਏਕ ਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।